ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਣ ਜਿਹ ਲਗ ਭਉ-ਜਲ ਤਰਨਾ। ਬਿਨਤ ਕਰੋ ਅਰਦਾਸ ਸੁਣਹੁ ਜੇ ਠਾਕੁਰ ਭਾਵੈ। ਦੇਹੁ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਸਿਮਰ ਸਿਮਰ ਪ੍ਰਭ ਭਏ ਆਨੰਦਾ। ਦੁਖ ਕਲੇਸ਼ ਸਭ ਨਾਠੇ। ਗੁਣ ਗਾਵਤ ਧਿਆਵਤ ਪ੍ਰਭ ਆਪਣਾ। ਕਾਰਜ ਸਗਲੇ ਸਾਠੇ। ਸਿਮਰ ਸਿਮਰ ਪ੍ਰਭ ਭਏ ਆਨੰਦਾ। ਦੁਖ ਕਲੇਸ਼ ਸਭ ਨਾਠੇ। ਗੁਣ ਗਾਵਤ ਧਿਆਵਤ ਪ੍ਰਭ ਆਪਣਾ। ਕਾਰਜ ਸਗਲੇ ਸਾਠੇ। ਜਗ ਜੀਵਨ ਨਾਮ ਤੁਮਾਰਾ। ਗੁਰ ਪੂਰੇ ਦਿਓ ਉਪਦੇਸਾ। ਜਪ ਭਉਜਲ ਪਾਰ ਉਤਾਰਾ। ਰਹਾਉ ਤੂੰ ਹੈ ਮੰਤਰੀ ਸੁਣ ਹੈ ਪ੍ਰਭ ਤੂੰ ਹੈ। ਸਭ ਕਿਛ ਕਰਣੈ ਹਾਰਾ। ਤੂੰ ਆਪੇ ਦਾਤਾ ਆਪੇ ਭੁਗਤਾ। ਕਿਆ ਇਹੋ ਜੰਤ ਵਿਚਾਰਾ। ਕਿਆ ਗੁਣ ਤੇਰੇ ਆਖ ਵਖਾਣੀ। ਕੀਮਤ ਕਹਿਣ ਨ ਜਾਈ। ਪੇਖ ਪੇਖ ਜੀਵੈ ਪ੍ਰਭ ਆਪਣਾ। ਅਚਰਜ ਤੁਮ ਹੈ ਵਡਾਈ। ਧਾਰ ਅਨੁਗ੍ਰਹੋ ਆਪ ਪ੍ਰਭ ਸੁਆਮੀ। ਪਤ ਮਤ ਕੀਨੀ ਪੂਰੀ। ਸਦਾ ਸਦਾ ਨਾਨਕ ਬਲਿਹਾਰੀ। ਬਾਛੋ ਸੰਤਾਂ ਧੂਰੀ। ਧਾਰ ਅਨੁਗ੍ਰਹੋ ਆਪ ਪ੍ਰਭ ਸੁਆਮੀ। ਪਤ ਮਤ ਕੀਨੀ ਪੂਰੀ। ਸਦਾ ਸਦਾ ਨਾਨਕ ਬਲਿਹਾਰੀ। ਬਾਛੋ ਸੰਤਾਂ ਧੂਰੀ। ਸੋਰਠ ਮਹੱਲਾ ਪੰਜਵਾ। ਸਿਮਰ ਸਿਮਰ ਪ੍ਰਭ ਭਏ ਆਨੰਦਾ। ਦੁਖ ਕਲੇਸ਼ ਸਭ ਨਾਠੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਿਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਆਪਾਂ ਆਪਣੇ ਜੀਵਨ ਤੋਂ ਆਪਣੇ ਸਵਾਸਾਂ ਤੋਂ ਲਾਹੇ ਪ੍ਰਾਪਤ ਕਰ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਸ ਤੋਂ ਉਪਰੰਤ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਜੋ ਕਿ ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸਹਿਨਸ਼ੀਲਤਾ ਦੀ ਹੱਦ ਮਹਾਨ ਪਰਉਪਕਾਰੀ ਸਤਿਗੁਰੂ
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਚੱਲ ਰਹੀ ਹੈ। ਜਿਸ ਸ਼ਬਦ ਦਾ ਆਪਾਂ ਪਾਠ ਸਰਵਣ ਕੀਤਾ ਹੈ, ਸੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਦੇ ਅੰਦਰ ਆਪਣੇ ਮਨ ਨੂੰ ਜੋੜਨ ਦੇ ਯਤਨ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਉਚਾਰਨ ਕਰਦੇ ਹਨ, ਜਗ ਜੀਵਨ ਨਾਮ ਤੁਮਾਰਾ, ਗੁਰ ਪੂਰੇ ਦਿਓ ਉਪਦੇਸਾ, ਜਪ ਭਉਜਲ ਪਾਰ ਉਤਾਰਾ। ਸਤਿਗੁਰੂ ਜੀ ਇਹਨਾਂ ਪੰਕਤੀਆਂ ਦੇ ਅੰਦਰ ਇਸ ਸੰਸਾਰ ਦੇ ਅੰਦਰ ਸਾਡਾ ਜਨਮ ਧਾਰਨ ਦਾ ਜੋ ਉਦੇਸ਼ ਹੈ, ਜੋ ਪ੍ਰਯੋਜਨ ਹੈ, ਉਸ ਨੂੰ ਬਿਆਨ ਕਰਦੇ ਹਨ ਕਿ ਅਸੀਂ ਜਨਮ ਧਾਰਨ ਕੀਤਾ, ਇਹ ਮਨੁੱਖਾ ਦੇਹ ਸਾਨੂੰ ਪ੍ਰਾਪਤ ਹੋਈ। ਇਹ ਕਿਸ ਵਾਸਤੇ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਸਰੀਰ ਬਖਸ਼ਿਆ ਹੈ? ਕਿਉਂਕਿ ਸਰੀਰ ਬੜੀਆਂ ਜੂਨਾਂ ਦੇ ਅੰਦਰ ਮਿਲ ਜਾਂਦੇ ਹਨ, ਪਰ ਮਨੁੱਖਾ ਦੇਹ ਜਿਹੜੀ ਪ੍ਰਾਪਤ ਹੋਣੀ, ਇਹ ਪਰਮੇਸ਼ਰ ਦੀ ਕਿਰਪਾ ਅਤੇ ਸਾਡੇ ਉੱਤਮ ਭਾਗਾਂ ਕਰਕੇ, ਚੰਗੇ ਕਰਮਾਂ ਕਰਕੇ ਸਾਨੂੰ ਇਹ ਜਨਮ ਨਸੀਬ ਹੁੰਦਾ। ਤਾਂ ਸਤਿਗੁਰੂ ਜੀ ਕਹਿੰਦੇ ਇਸ ਜਨਮ ਨੂੰ ਧਾਰਨ ਕਰਕੇ ਅਸੀਂ ਕਰਨਾ ਕੀ ਹੈ, ਇਸ ਜਨਮ ਦੇ ਰਾਹੀਂ ਅਸੀਂ ਪ੍ਰਾਪਤ ਕੀ ਕੁਝ ਕਰਨਾ, ਸਾਡਾ ਅਸਲੀ ਕੰਮ ਕੀ ਹੈ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਰਹਿਰਾਸ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਉਸ ਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਹਨ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਜੀ ਕਹਿੰਦੇ ਐ ਜੀਵ, ਤੈਨੂੰ ਇਹ ਮਨੁੱਖਾ ਦੇਹ ਦਿੱਤੀ ਹੈ ਪਰਮੇਸ਼ਰ ਨੇ, ਗੋਬਿੰਦ ਮਿਲਣ ਕੀ, ਗੋਬਿੰਦ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹਨੂੰ ਮਿਲਣ ਦੇ ਲਈ ਇਹ ਤੈਨੂੰ ਵਾਰੀ ਦਿੱਤੀ ਹੋਈ ਹੈ। ਜੇ ਤੂੰ ਇਸ ਵਾਰੀ ਤੋਂ ਲਾਹਾ ਪ੍ਰਾਪਤ ਕਰ ਲਵੇਂ ਤੇ ਉਸ ਪਰਮੇਸ਼ਰ ਦੇ ਨਾਲ ਮਿਲ ਸਕਦਾ ਹੈ। ਦੂਸਰਾ, ਇਹ ਜਿਹੜਾ ਸੰਸਾਰ ਹੈ, ਇਸ ਨੂੰ ਸਤਿਗੁਰੂ ਜੀ ਕਹਿੰਦੇ ਸਮੁੰਦਰ ਹੈ, ਭਵਜਲ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਆਪਾਂ ਪੜ੍ਹਦੇ ਹਾਂ, ਧਾਰਮਿਕ ਗ੍ਰੰਥਾਂ ਦੇ ਅੰਦਰ ਰੱਬ ਦੀ ਖੋਜ ਕਰਨ ਵਾਲਿਆਂ ਨੇ, ਆਤਮਾ ਦੀ ਖੋਜ ਕਰਨ ਵਾਲਿਆਂ ਨੇ ਇਹ ਬਚਨ ਲਿਖੇ ਹਨ ਕਿ ਜਗ ਜਿਹੜਾ, ਜਗਤ ਜਿਹੜਾ, ਇਹ ਸਮੁੰਦਰ ਕਿਵੇਂ ਹੈ। ਕਿਉਂਕਿ ਸਮੁੰਦਰ ਦੇ ਅੰਦਰ ਜਦੋਂ ਆਪਾਂ ਵੇਖਦੇ ਹਾਂ ਤੇ ਸਮੁੰਦਰ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਦਿਸਦਾ ਆਪਾਂ ਨੂੰ, ਤੇ ਫਿਰ ਉਹ ਸਮੁੰਦਰ ਦਾ ਕੋਈ ਕਿਨਾਰਾ ਨਹੀਂ ਦਿਸਦਾ। ਫਿਰ ਉਸ ਸਮੁੰਦਰ ਦੇ ਅੰਦਰ ਆਪਾਂ ਵੇਖਦੇ ਹਾਂ ਘੁੰਮਣ ਘੇਰੀਆਂ ਪੈਂਦੀਆਂ, ਫਿਰ ਉਹ ਸਮੁੰਦਰ ਦੇ ਅੰਦਰ ਲਹਿਰਾਂ ਆਉਂਦੀਆਂ। ਇਸੇ ਪ੍ਰਕਾਰ ਸਮੁੰਦਰ ਦੇ ਅੰਦਰ ਜੀਵ ਜੰਤੂ ਹੁੰਦੇ ਹੈ। ਇਸ ਸੰਸਾਰ ਨੂੰ ਸਮੁੰਦਰ ਕਿਉਂ ਦੱਸਿਆ ਗਿਆ? ਤਾਂ ਧਾਰਮਿਕ ਗ੍ਰੰਥ ਬਚਨ ਲਿਖਦੇ ਹਨ, ਜਗ ਸਮੁੰਦਰ ਆਸ਼ਕਤ ਜਲ, ਕਾਮਾਦਿਕ ਬਹੁ ਜੰਤ, ਭਰਮ ਭਵਰ ਤਾਮੈ ਫਿਰੈ, ਦੁੱਖ ਸੁੱਖ ਲਹਿਰ ਅਨੰਤ। ਧਾਰਮਿਕ ਵਿਦਵਾਨ ਇਹ ਗੱਲ ਦੱਸਦੇ ਹਨ ਕਿ ਜਗ ਸਮੁੰਦਰ ਹੈ, ਆਸ਼ਕਤ ਜਲ। ਇਹ ਜਗਤ ਸਮੁੰਦਰ ਦੇ ਅੰਦਰ ਪਾਣੀ ਕਿਹੜਾ ਹੈ? ਤੇ ਉਹ ਹੈ ਮੋਹ ਦਾ। ਆਸ਼ਕਤ ਹੁੰਦਾ ਕਿਸੇ ਚੀਜ਼ ਦੇ ਉੱਤੇ ਲੁਭਾਏਮਾਨ ਹੋ ਜਾਣਾ, ਕਿਸੇ ਚੀਜ਼ ਦੇ ਨਾਲ ਇੰਨੇ ਜੁੜ ਜਾਣਾ, ਉਹ ਨਾਮ ਹੈ ਮੋਹ ਦਾ। ਕਿ ਸੰਸਾਰ ਦੇ ਅੰਦਰ ਮੋਹ ਦਾ ਪਾਣੀ ਹੈ। ਮੋਹ ਸਾਡਾ ਕਿੱਡਾ ਪ੍ਰਬਲ ਹੈ।
ਅਸੀਂ ਆਪਣੇ ਮੈਂ ਤੇ ਮੇਰੀ ਦੇ ਅੰਦਰ ਸਾਰੀ ਜ਼ਿੰਦਗੀ ਬਤੀਤ ਕਰ ਜਾਂਦੇ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੋਹ ਜਿਹੜਾ ਹੈ ਇਹ ਇੱਕ ਪਾਣੀ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਗ ਸਮੁੰਦਰ ਆਸ਼ਕਤ ਜਲ ਕਾਮ ਆਦਿਕ ਬਹੁ ਜਨਤ। ਜਿਵੇਂ ਸਮੁੰਦਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਜੀਵ ਹੁੰਦੇ ਆ, ਜੰਤੂ ਹੁੰਦੇ ਆ, ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਅੰਦਰ ਕਾਮ ਆਦਿਕ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਜਿਹੜੇ ਹਨ ਇਹ ਵੱਡੇ ਵੱਡੇ ਜਾਨਵਰ ਹਨ, ਵੱਡੇ ਵੱਡੇ ਜੀਵ ਜੰਤੂ ਹਨ। ਕਦੇ ਅਸੀਂ ਕਾਮ ਦੇ ਅਧੀਨ ਹੋ ਜਾਂਦੇ ਹਾਂ, ਕਦੇ ਅਸੀਂ ਕ੍ਰੋਧ ਦੇ ਅਧੀਨ ਹੋ ਜਾਂਦੇ ਹਾਂ, ਕਦੇ ਅਸੀਂ ਹੰਕਾਰ ਦੇ ਅਧੀਨ ਰਹਿੰਦੇ ਹਾਂ, ਕਦੇ ਲੋਭ ਦੇ ਅਧੀਨ ਹੋ ਜਾਂਦੇ ਹਾਂ। ਇਸ ਕਰਕੇ ਇਹ ਸੰਸਾਰ ਸਮੁੰਦਰ ਦੇ ਅੰਦਰ ਕਹਿੰਦੇ ਹਨ ਕਿ ਇਹ ਜਿਹੜੇ ਕਾਮ ਆਦਿਕ ਜੀਵ ਜੰਤੂ ਹਨ। ਅੱਗੇ ਬਚਨ ਕਰਦੇ ਹਨ ਭਰਮ ਭਵਰ ਤਾ ਮੈਂ ਫਿਰੈ। ਜਿਹੜਾ ਭਰਮ ਪੈ ਜਾਣਾ ਇਹ ਭਵਰ ਨਾਮ ਹੁੰਦਾ ਘੁੰਮਣ ਘੇਰੀਆਂ ਦਾ। ਜਿਹੜੀਆਂ ਸਮੁੰਦਰ ਦੇ ਅੰਦਰ ਘੁੰਮਣ ਘੇਰੀਆਂ ਜਦੋਂ ਪੈਂਦੀਆਂ ਹਨ ਤੇ ਇਹ ਗੱਲਾਂ ਸਾਹਮਣੇ ਆਉਂਦੀਆਂ ਕਿ ਵੱਡੇ ਵੱਡੇ ਜਹਾਜ਼ ਜਿਹੜੇ ਆ ਉਹ ਘੁੰਮਣ ਘੇਰੀ ਦੇ ਵਿੱਚ ਹੀ ਥੱਲੇ ਚਲੇ ਜਾਂਦੇ ਆ। ਐਡੀ ਤਕੜੀ ਘੁੰਮਣ ਘੇਰੀ ਪੈਂਦੀ ਹੈ। ਇਸੇ ਪ੍ਰਕਾਰ ਹੀ ਭਰਮ ਜਿਹੜਾ ਹੈ ਨਾ ਇਹ ਇੱਕ ਘੁੰਮਣ ਘੇਰੀ ਹੈ। ਤਾਂ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ ਮਾਧਵੇ ਕਿਆ ਕਹੀਐ ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਕਿਸ ਨੂੰ ਆਖਿਆ ਜਾਂਦਾ ਕਿ ਜਿਸ ਚੀਜ਼ ਨੂੰ ਆਪਾਂ ਜਿੱਦਾਂ ਦੀ ਮੰਨਦੇ ਆ ਉੱਦਾਂ ਦੀ ਨਾ ਹੋਵੇ ਤੇ ਆਪਾਂ ਮੰਨੀ ਜਾਈਏ, ਉਹਨੂੰ ਨਾਮ ਕਹਿੰਦੇ ਆ ਭਰਮ। ਜੇ ਅਸੀਂ ਇਹ ਸੰਸਾਰ ਨੂੰ ਸੱਚਾ ਮੰਨਦੇ ਹਾਂ ਤੇ ਸਾਡਾ ਭੁਲੇਖਾ, ਜੇ ਅਸੀਂ ਮਾਇਆ ਦੇ ਸੁੱਖਾਂ ਨੂੰ ਸਦੀਵੀ ਮੰਨਦੇ ਹਾਂ ਤੇ ਇਹ ਵੀ ਸਾਡਾ ਭਰਮ। ਜੇ ਅਸੀਂ ਇਹ ਸਰੀਰ ਨੂੰ ਸਦਾ ਬੈਠੇ ਰਵਾਂਗੇ ਇਹ ਭੁਲੇਖਾ ਪਾ ਲੈਂਦੇ ਹਾਂ, ਇਹ ਵੀ ਭਰਮ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਧਾਰਮਿਕ ਵਿਦਵਾਨ ਕਹਿੰਦੇ ਹਨ ਭਰਮ ਭਵਰ ਤਾ ਮੈਂ ਫਿਰੈ ਦੁੱਖ ਸੁੱਖ ਲਹਿਰ ਅਨੰਤ। ਅੱਗੇ ਬਚਨ ਕਰਦੇ ਹਨ ਕਿ ਦੁੱਖ ਤੇ ਸੁੱਖ ਦੀਆਂ ਲਹਿਰਾਂ ਹਨ। ਕਦੇ ਤੇ ਦੁੱਖ ਦੀ ਲਹਿਰ ਆ ਜਾਂਦੀ ਹੈ, ਕਦੇ ਸੁੱਖ ਦੀ ਲਹਿਰ ਆ ਜਾਂਦੀ ਹੈ। ਇੱਦਾਂ ਇਹ ਜਿਹੜਾ ਸੰਸਾਰ ਹੈ ਨਾ ਇੱਕ ਸਮੁੰਦਰ ਹੈ। ਜਿਵੇਂ ਸਮੁੰਦਰ ਦੇ ਅੰਦਰ ਬੇੜੇ ਠਿੱਲੇ ਹੁੰਦੇ ਹੈ, ਇੱਦਾਂ ਹੀ ਇਹ ਜਗਤ ਦੇ ਅੰਦਰ ਸਾਡੇ ਸਰੀਰਾਂ ਰੂਪੀ ਬੇੜੇ ਜਿਹੜੇ ਆ ਉਹ ਠਿੱਲੇ ਹੋਏ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਐਸੇ ਸੰਸਾਰ ਤੋਂ ਤਰਿਆ ਕਿਵੇਂ ਜਾ ਸਕਦਾ, ਪਾਰ ਕਿਵੇਂ ਹੋ ਸਕੀਦਾ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਉਹਦੇ ਅੰਦਰ ਬਚਨ ਕਰਦੇ ਹਨ ਜਗ ਜੀਵਨ ਨਾਮ ਤੁਮਾਰਾ। ਹੇ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਆਪ ਜੀ ਦਾ ਜਿਹੜਾ ਨਾਮ ਹੈ, ਗੁਰ ਪੂਰੇ ਦਿਓ ਉਪਦੇਸਾ ਜਪ ਭਉਜਲ ਪਾਰ ਉਤਾਰਾ। ਹੇ ਪਰਮੇਸ਼ਰ ਵਾਹਿਗੁਰੂ ਆਪ ਜੀ ਦੇ ਨਾਮ ਨੂੰ ਜਪ ਕੇ ਇਹ ਜਿਹੜਾ ਭਉਜਲ ਹੈ ਸੰਸਾਰ ਸਮੁੰਦਰ ਹੈ ਇਹਦੇ ਤੋਂ ਪਾਰ ਉਤਾਰਾ ਹੋ ਸਕਦਾ, ਇਹਦੇ ਤੋਂ ਅਸੀਂ ਤਰ ਸਕਦੇ ਹਾਂ। ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਅਸੀਂ ਨਹੀਂ ਕਰਦੇ, ਨਾਮ ਸਿਮਰਨ ਨਹੀਂ ਕਰਦੇ, ਉਨਾ ਚਿਰ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਜਿਹੜਾ ਸਾਨੂੰ ਸਮੁੰਦਰ ਵਾਂਗੂ ਲੱਗਦਾ। ਪਰ ਜਦੋਂ ਪਰਮੇਸ਼ਰ ਦਾ ਨਾਮ ਅਸੀਂ ਜਪਣ ਲੱਗ ਜਾਂਦੇ ਹਾਂ, ਨਾਮ ਦੇ ਜਹਾਜ਼ 'ਚ ਸਵਾਰ ਹੋ ਜਾਂਦੇ ਹਾਂ, ਤਾਂ ਧਾਰਮਿਕ ਗ੍ਰੰਥਾਂ ਦੇ ਅੰਦਰ ਬਚਨ ਆਉਂਦੇ ਹਨ ਤਾਂ ਬਿਨ ਜਾਨਤ ਸਿੰਧ ਸੋ ਲਾਗਤ ਜਾਨਤ ਗੋ ਪਦ ਤੁਲ ਤਰੇ ਹੈ। ਕਹਿੰਦੇ ਜਿੰਨਾ ਚਿਰ ਉਹ ਪਰਮੇਸ਼ਰ ਦਾ ਨਾਮ ਨਹੀਂ ਸੀ ਜਪਦੇ ਉਨਾ ਚਿਰ ਸੰਸਾਰ ਸਮੁੰਦਰ ਲੱਗਦਾ ਸੀ। ਪਰ ਜਦੋਂ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ ਜਾਨਤ ਗੋ ਪਦ ਤੁਲ ਤਰੇ ਹੈ। ਗੋ ਪਦ ਜਿਵੇਂ ਇੱਕ ਗਊ ਹੁੰਦੀ ਹੈ ਤੇ ਗਊ ਗਿੱਲੀ ਮਿੱਟੀ ਹੋਵੇ ਉੱਧਰ ਦੀ ਲੰਘ ਜਾਏ ਤੇ ਗਊ ਦੀ ਪੈੜ ਬਣ ਜਾਂਦੀ ਹੈ, ਟੋਆ ਜਿਹਾ ਬਣ ਜਾਂਦਾ। ਉਹਦੇ ਵਿੱਚ ਜੇ ਪਾਣੀ ਖੜ੍ਹ ਜਾਏ
ਤੇ ਉਹਨੂੰ ਆਪਾਂ ਲੰਘਣਾ ਹੋਏ ਤੇ ਇੱਕ ਲਾਂਘ 'ਚ ਹੀ ਲੰਘ ਜਾਂਦੇ ਹਾਂ। ਇਸ ਪ੍ਰਕਾਰ ਨਾਮ ਦੀ ਐਸੀ ਬਰਕਤ ਹੈ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸਾਗਰ ਤਰਿਓ ਬਾਛਰ ਖੋਜ, ਕਿ ਜਿਹੜਾ ਸੰਸਾਰ ਹੈ ਨਾਮ ਦੀ ਭਗਤੀ ਦੁਆਰਾ ਇੱਦਾਂ ਤਰ ਗਏ ਜਿਵੇਂ ਬਾਛਰ ਨਾਮ ਹੁੰਦਾ ਵੱਛੇ ਦਾ ਤੇ ਖੋਜ ਨਾਮ ਹੁੰਦਾ ਪੈੜ ਦਾ। ਜਿਵੇਂ ਇੱਕ ਗਊ ਦੇ ਵੱਛੇ ਦੀ ਪੈੜ ਹੁੰਦੀ ਹੈ, ਉਹਦੇ 'ਚ ਪਾਣੀ ਖੜ ਜਾਏ, ਉਹਨੂੰ ਕਿੱਡੇ ਸੌਖੇ ਤਰੀਕੇ ਨਾਲ ਆਪਾਂ ਲੰਘ ਜਾਂਦੇ ਹਾਂ। ਇਸੇ ਪ੍ਰਕਾਰ ਹੀ ਨਾਮ ਦੀ ਬਰਕਤ ਦੁਆਰਾ, ਨਾਮ ਦੀ ਕਮਾਈ ਦੁਆਰਾ ਇਹ ਜਿਹੜਾ ਸੰਸਾਰ ਸਾਨੂੰ ਸਮੁੰਦਰ ਲੱਗਦਾ ਹੈ, ਇਹਦੇ ਤੋਂ ਅਸੀਂ ਸੌਖੇ ਹੀ ਤਰ ਜਾਂਦੇ। ਇਸੇ ਕਰਕੇ ਸਤਿਗੁਰਾਂ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਨਾਮ ਦਾ ਜਹਾਜ਼ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਜਿਹੜਾ ਕਲਯੁਗ ਦੇ ਸਮੇਂ ਦੇ ਅੰਦਰ ਸਭ ਤੋਂ ਉੱਤਮ ਸਾਧਨ ਹੈ। ਜਿਵੇਂ ਸਿਆਣੇ ਜ਼ਿਮੀਂਦਾਰ ਇਹ ਗੱਲ ਜਾਣਦੇ ਹੈ ਕਿ ਜਿੱਦਾਂ ਦੀ ਰੁੱਤ ਹੁੰਦੀ ਹੈ ਉੱਦਾਂ ਦਾ ਹੀ ਬੀਜ ਪਾਇਆ ਜਾਂਦਾ। ਜੇ ਰੁੱਤ ਦੇ ਅਨੁਸਾਰ ਬੀਜ ਨਾ ਪਾਈਏ ਤਾਂ ਉਹ ਫਸਲ ਨਹੀਂ ਬਣਦੀ। ਇਸੇ ਪ੍ਰਕਾਰ ਹੀ ਕਲਯੁਗ ਦਾ ਸਮਾਂ ਜਿਹੜਾ ਹੈ ਇਹ ਰੁੱਤ ਹੈ ਨਾਮ ਦੀ। ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਜਿਵੇਂ ਇੱਕ ਰੁੱਤ ਤੋਂ ਜਿਸ ਬੀਜ ਦੀ ਰੁੱਤ ਨਹੀਂ ਹੈ ਉਹਨੂੰ ਆਪਾਂ ਬੀਜੀ ਜਾਈਏ ਤੇ ਉਹਦੇ ਝਾੜ ਨਹੀਂ ਮਿਲਦੇ। ਇਸੇ ਪ੍ਰਕਾਰ ਪੁਰਾਣੇ ਯੁੱਗਾਂ ਦੇ ਅੰਦਰ ਧੂਣੇ ਤਪਾਉਣੇ, ਤਪ ਸਾਧਨੇ, ਪੁੱਠੇ ਲਟਕਣਾ, ਯੋਗ ਸਾਧਨ ਕਰਨੇ, ਜਗ ਆਦਿਕ ਕਰਨੇ, ਬੜੇ ਸਾਧਨ ਉਹ ਪੁਰਾਣੇ ਯੁੱਗਾਂ ਦੇ ਅੰਦਰ ਹੋ ਬੀਤੇ। ਸਤਯੁਗ ਸਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਲਯੁਗ ਦੇ ਸਮੇਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ। ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਹੈ ਉਹ ਸਤਿਗੁਰੂ ਜੀ ਕਹਿੰਦੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਓ ਆਰੰਭ ਤੋਂ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਆਪਾਂ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਿਮਰ ਸਿਮਰ ਪ੍ਰਭ ਭਏ ਆਨੰਦਾ, ਦੁਖ ਕਲੇਸ਼ ਸਭ ਨਾਠੇ। ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ, ਮਹੱਲਾ ਤੋਂ ਭਾਵ ਹੁੰਦਾ ਪਾਤਸ਼ਾਹ ਦਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ। ਸਿਮਰ ਸਿਮਰ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਿਮਰ ਸਿਮਰ ਕੇ, ਉਹਦਾ ਸਿਮਰਨ ਕਰ ਕਰਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹ ਪਰਮੇਸ਼ਰ ਦੇ ਨਾਮ ਦਾ ਜਦੋਂ ਸਿਮਰਨ ਕੀਤਾ, ਪ੍ਰਭ ਭਏ ਆਨੰਦਾ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਕਲੇਸ਼ ਸਭ ਨਾਠੇ, ਜਿੰਨੇ ਦੁੱਖ ਹਨ, ਜਿੰਨੇ ਕਲੇਸ਼ ਹਨ, ਉਹ ਸਾਰੇ ਨਾਠੇ ਕਹੀਏ, ਨੱਠ ਜਾਂਦੇ ਆ, ਭੱਜ ਜਾਂਦੇ ਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ। ਉਸ ਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਤਿਗੁਰੂ ਜੀ ਕਹਿੰਦੇ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਕਰਕੇ ਜਿਹੜੇ ਕਲਯੁਗ ਦੇ ਅੰਦਰ ਦੁੱਖ ਹਨ, ਕਲੇਸ਼ ਹਨ, ਉਹ ਸਾਰੇ ਨੱਠ ਜਾਂਦੇ। ਦੁੱਖ ਕੀ ਹਨ? ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ। ਇੱਕ ਵਿਛੋੜਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦੁੱਖ ਜਿਹੜੇ ਹਨ ਉਹ ਸਾਡੇ ਸਰੀਰ ਨੂੰ ਵੀ ਹਨ, ਦੁੱਖ ਸਾਡੇ ਮਨ ਨੂੰ ਵੀ ਹਨ।
ਇਸ ਪ੍ਰਕਾਰ ਇਹ ਤਨ ਅਤੇ ਮਨ ਦੇ ਜਿਹੜੇ ਦੁੱਖ ਹਨ, ਸਭ ਤੋਂ ਵੱਡਾ ਦੁੱਖ ਜਿਹੜਾ ਉਹ ਜੰਮਣ ਅਤੇ ਮਰਨ ਦਾ ਹੈ। ਇਹ ਜਿਹੜਾ ਦੁੱਖ ਹੈ ਇਹ ਵੀ ਸਤਿਗੁਰੂ ਜੀ ਕਹਿੰਦੇ ਨਾਮ ਦੀ ਕਮਾਈ ਦੁਆਰਾ ਨਾਸ ਹੋ ਜਾਂਦਾ। ਫਿਰ ਕਲੇਸ਼ ਜਿਹੜੇ ਹਨ, ਲੜਾਈ ਝਗੜੇ ਹਨ, ਈਰਖਾ ਵਖੀਲੀ ਹੈ, ਇਹ ਵੀ ਖਤਮ ਹੋ ਜਾਂਦੀ ਹੈ। ਯੋਗ ਮਤ ਦੇ ਅੰਦਰ ਯੋਗੀਆਂ ਨੇ 5 ਤਰ੍ਹਾਂ ਦੇ ਕਲੇਸ਼ ਮੰਨੇ ਹਨ। ਉਹਨਾਂ ਨੇ ਆਪਣੀ ਖੋਜ ਦੁਆਰਾ ਇਹ 5 ਤਰ੍ਹਾਂ ਦੇ ਕਲੇਸ਼ਾਂ ਦਾ ਜ਼ਿਕਰ ਕੀਤਾ ਹੈ। ਪਹਿਲਾ ਹੈ ਅਵਿਦਿਆ, ਦੂਸਰਾ ਹੈ ਅਸਮਤਾ, ਤੀਸਰਾ ਹੈ ਰਾਗ, ਫਿਰ ਹੈ ਦਵੇਸ਼, ਫਿਰ ਹੈ ਅਭਿਨਵੇਸ਼ਤਾ। ਇਹ ਉਹਨਾਂ ਦੇ ਸ਼ਬਦ ਹਨ। ਇਹਨਾਂ ਨੂੰ ਸੌਖਾ ਸਮਝਣ ਵਾਸਤੇ ਵਿਦਵਾਨਾਂ ਨੇ ਬਚਨ ਕੀਤੇ ਹਨ। ਅਵਿਦਿਆ ਹੁੰਦੀ ਹੈ ਕਿ ਜਿਹੜੀ ਗੱਲ ਸਮਝਣ ਯੋਗ ਹੈ ਉਹਨੂੰ ਨਾ ਸਮਝਣਾ, ਉਲਟ ਚੱਲਣਾ। ਪ੍ਰਭੂ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਇਹ ਜਨਮ ਮਿਲਿਆ ਸੀ, ਇਹ ਨਾ ਕਰਨਾ, ਹੋਰ ਕਰਮਾਂ ਦੇ ਅੰਦਰ ਲੱਗੇ ਰਹਿਣਾ, ਇਹ ਅਵਿਦਿਆ ਹੈ। ਇਹ ਵੀ ਇੱਕ ਕਲੇਸ਼ ਹੈ। ਇਸੇ ਪ੍ਰਕਾਰ ਅਸਮਤਾ ਹੈ। ਅਸਮਤਾ ਤੋਂ ਭਾਵ ਹੈ ਕਿ ਜਿਹੜੀ ਆਪਾਂ ਤਨ ਦੀ, ਮਨ ਦੀ ਜਾਂ ਧਨ ਦੀ ਹੰਗਤਾ ਕਰਦੇ ਹਾਂ, ਹੰਕਾਰ ਕਰਦੇ ਹਾਂ। ਕੋਈ ਆਪਣੇ ਤਨ ਦਾ ਹੰਕਾਰ ਕਿ ਮੇਰੇ ਵਰਗਾ ਸੁੰਦਰ ਸਰੀਰ ਕਿਸੇ ਦਾ ਨਹੀਂ, ਮੇਰੇ ਵਰਗਾ ਤੰਦਰੁਸਤ ਸ਼ਕਤੀਸ਼ਾਲੀ ਸਰੀਰ ਕਿਸੇ ਦਾ ਨਹੀਂ। ਇਸੇ ਪ੍ਰਕਾਰ ਫਿਰ ਧਨ ਦੀ ਹੰਗਤਾ ਕਿ ਮੇਰੇ ਜਿੰਨੀ ਮਾਇਆ ਕਿਸੇ ਕੋਲ ਨਹੀਂ। ਇਸੇ ਪ੍ਰਕਾਰ ਫਿਰ ਮਨ ਦੇ ਅੰਦਰ ਕਿ ਮੈਂ ਕਿਸੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ। ਇਹ ਜਿਹੜੇ 3 ਪ੍ਰਕਾਰ ਦੀ ਹੰਗਤਾ ਹੈ, ਇਹ ਵੀ ਇੱਕ ਕਲੇਸ਼ ਹੈ। ਇਸ ਨੂੰ ਅਸਮਤਾ ਕਿਹਾ ਜਾਂਦਾ। ਇਸੇ ਪ੍ਰਕਾਰ ਫਿਰ ਰਾਗ ਹੈ। ਰਾਗ ਦਾ ਅਰਥ ਹੈ ਪ੍ਰੇਮ। ਜਿੰਨਾ ਅਸੀਂ ਪਦਾਰਥਾਂ ਦੇ ਨਾਲ ਪ੍ਰੇਮ ਪਾ ਲੈਂਦੇ ਹਾਂ, ਜਿੰਨੀਆਂ ਇਹ ਸੰਸਾਰ ਦੇ ਮਾਇਕੀ ਸੁੱਖ ਹਨ, ਇਹਨਾਂ ਦੇ ਅੰਦਰ ਪ੍ਰੇਮ ਪਾ ਲੈਂਦੇ ਹਾਂ, ਇਹ ਰਾਗ ਹੈ। ਇਸੇ ਪ੍ਰਕਾਰ ਫਿਰ ਦਵੈਸ਼, ਦਵੈਸ਼ ਹੁੰਦੀ ਹੈ ਈਰਖਾ, ਕਿ ਜਦੋਂ ਇਹ ਮਾਇਕੀ ਸੁੱਖ ਸਾਡੇ ਤੋਂ ਜਾਂਦੇ ਹੈ ਜਾਂ ਖੋਏ ਜਾਂਦੇ ਹੈ ਜਾਂ ਕਿਤੇ ਇਹ ਨਾਸ ਹੋ ਜਾਂਦੇ ਹੈ, ਫਿਰ ਸਾਨੂੰ ਬੜਾ ਦੁੱਖ ਝੱਲਣਾ ਪੈਂਦਾ। ਇਸੇ ਪ੍ਰਕਾਰ ਫਿਰ ਅਭਿਨਵੇਸ਼ਤਾ, ਅਭਿਨਵੇਸ਼ਤਾ ਹੁੰਦੀ ਹੈ ਉਲਟਾ ਹੱਠ ਕਰਨਾ। ਜਿਹੜੇ ਕਰਮ ਗੁਰੂ ਨੇ ਕਿਹਾ ਵੀ ਨਹੀਂ ਕਰਨੇ, ਉਹਨਾਂ ਨੂੰ ਔਖਿਆਂ ਹੋ ਕੇ ਵੀ ਕਰਨਾ। ਜਿਹੜੇ ਕਰਨਯੋਗ ਕਰਮ ਹਨ ਉਹਨਾਂ ਨੂੰ ਚੇਤੇ ਹੀ ਨਾ ਕਰਨਾ, ਵਿਸਾਰ ਛੱਡਣਾ। ਇਸ ਪ੍ਰਕਾਰ ਇਹ ਕਲੇਸ਼ ਮੰਨੇ ਹਨ। ਸਤਿਗੁਰੂ ਜੀ ਕਹਿੰਦੇ ਜਿਹੜਾ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹਦੇ ਦੁੱਖ ਅਤੇ ਇਹ ਜਿਹੜੇ ਕਲੇਸ਼ ਹਨ, ਇਹ ਸਾਰੇ ਹੀ ਨੱਠ ਜਾਂਦੇ ਹਨ, ਭੱਜ ਜਾਂਦੇ ਹਨ। ਗੁਣ ਗਾਵਤ ਧਿਆਵਤ ਪ੍ਰਭ ਆਪਣਾ, ਕਾਰਜ ਸਗਲੇ ਸਾਂਠੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਦੇ ਅੰਦਰ ਗਾਇਆ ਹੈ, ਸਤਿਗੁਰਾਂ ਨੇ ਸਾਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਿਉਂਕਿ ਸੰਗੀਤ ਜਿਹੜਾ ਹੈ ਇਹ ਸਾਡੇ ਮਨ ਦੇ ਨਾਲ ਜੁੜਿਆ ਹੋਇਆ ਇੱਕ ਵਿਸ਼ਾ ਹੈ। ਸੰਗੀਤ ਦੇ ਨਾਲ ਸਾਡੇ ਮਨ ਦੀ ਇਕਾਗਰਤਾ ਹੁੰਦੀ ਹੈ ਅਤੇ ਇਕਾਗਰ ਮਨ ਜਿਹੜਾ ਫਿਰ ਉਹਦੇ 'ਚੋਂ ਸੁੱਖ ਪੈਦਾ ਹੁੰਦਾ। ਤਾਂ ਸਤਿਗੁਰਾਂ ਨੇ ਸਾਨੂੰ ਸੰਗੀਤ ਵੀ ਐਸਾ ਬਖਸ਼ਿਸ਼ ਕੀਤਾ ਕਿ ਪ੍ਰਭੂ ਦੇ ਗੁਣ ਗਾਓ। ਜੇ ਗੀਤ ਗਾਉਣੇ ਹਨ ਤਾਂ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਗਾਓ। ਕਿਉਂਕਿ ਸੰਗੀਤ ਨੂੰ ਵਿਦਵਾਨਾਂ ਨੇ ਇੱਕ ਸੋਨੇ ਦਾ ਭਾਂਡਾ ਮੰਨਿਆ ਹੈ, ਅਤੇ ਸੋਨੇ ਦੇ ਭਾਂਡੇ ਦੇ ਅੰਦਰ ਚੀਜ਼ ਆਪਾਂ ਕਿਹੜੀ ਪਾ ਕੇ ਖਾਣੀ ਹੈ ਇਹ ਆਪਣੇ ਵੱਸ ਹੈ। ਜੇ ਤਾਂ ਉਹਨਾਂ ਸੰਗੀਤ ਦੀਆਂ ਸੁਰਾਂ ਦੇ ਉੱਤੇ ਅਸੀਂ ਉੱਦਾਂ ਦੇ ਬੋਲ ਪਾ ਲੈਂਦੇ ਹਾਂ, ਜਿਹਨੂੰ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ। ਮੋਹਨ ਸ਼ਰਵਣੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਹੜੇ ਕੋਈ ਕਬੋਲ ਬੋਲ ਹਨ ਉਹਨਾਂ ਨੂੰ ਜਦੋਂ ਅਸੀਂ ਪਾ ਕੇ ਗਾਉਣੇ ਆ
ਉਹਨਾਂ ਦੇ ਨਾਲ ਸਾਡੇ ਮਨ ਦੀ ਜਿਹੜੀ ਅਵਸਥਾ ਹੈ ਉਹ ਵਿਗੜਦੀ ਹੈ। ਜੇ ਉਹਨਾਂ ਹੀ ਸੰਗੀਤ ਦੇ ਉਹਨਾਂ ਹੀ ਸੁਰਾਂ ਦੇ ਵਿੱਚ ਗੁਰੂ ਕੀ ਪਾਵਨ ਬਾਣੀ ਦਾ ਕੀਰਤਨ ਗਾਈਏ ਤੇ ਫਿਰ ਕਿੱਡਾ ਲਾਭ ਹੈ, ਕਿੱਡਾ ਸੁੱਖ ਪ੍ਰਾਪਤ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਕੀਰਤਨ ਰੂਪ ਦੇ ਅੰਦਰ ਪ੍ਰਭੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ ਤੇ ਫਿਰ ਧਿਆਵਤ, ਜਿਨ੍ਹਾਂ ਨੇ ਮਨ ਕਰਕੇ ਨਾਮ ਨੂੰ ਧਿਆਉਣਾ ਕੀਤਾ ਹੈ। ਪ੍ਰਭ ਆਪਣਾ, ਪ੍ਰਭੂ ਪਰਮੇਸ਼ਰ ਜੋ ਆਪਣਾ ਹੈ, ਕਿਉਂਕਿ ਰੱਬ ਤੋਂ ਬਿਨਾਂ ਹੋਰ ਕੁਝ ਵੀ ਸਾਡਾ ਆਪਣਾ ਨਹੀਂ। ਸਾਡਾ ਆਪਣਾ ਜਿਹੜਾ ਆਤਮਾ ਹੈ ਉਹੀ ਸਾਡਾ ਆਪਾ ਹੈ, ਉਹੀ ਪਰਮੇਸ਼ਰ ਦਾ ਰੂਪ ਹੈ ਜੋ ਸਾਡੇ ਅੰਦਰ ਬੈਠਾ ਹੈ, ਉਹੀ ਸਾਡਾ ਆਪਣਾ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਸਾਡੀ ਆਪਣੀ ਨਹੀਂ, ਸਭ ਬਗਾਨੀਆਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਆਪਣੇ ਪ੍ਰਭੂ ਪਰਮੇਸ਼ਰ ਦੇ ਗੁਣ ਨੂੰ ਜਿਨ੍ਹਾਂ ਗਾਇਆ ਤੇ ਧਿਆਇਆ ਹੈ, ਕਾਰਜ ਸਗਲੇ ਸਾਂਠੇ। ਉਹਨਾਂ ਦੇ ਜਿਹੜੇ ਸਾਰੇ ਕਾਰਜ ਸਨ ਉਹ ਸਾਂਠੇ ਕਹੀਏ ਜੋੜ ਦਿੱਤੇ। ਜਿਵੇਂ ਕਿਸੇ ਰੱਸੇ ਨੂੰ ਸੰਡ ਲਾ ਕੇ ਜੋੜ ਦਿੱਤਾ ਜਾਂਦਾ, ਟੁੱਟਿਆ ਹੁੰਦਾ, ਇਸੇ ਪ੍ਰਕਾਰ ਹੀ ਉਹ ਪ੍ਰਭੂ ਪਰਮੇਸ਼ਰ ਨੇ ਟੁੱਟਿਆਂ ਹੋਇਆਂ ਨੂੰ ਜੋੜ ਦਿੱਤਾ। ਟੂਟੀ ਗਾਂਢਣ ਹਾਰ ਗੋਪਾਲ, ਜਿਵੇਂ ਟੁੱਟਿਆਂ ਨੂੰ ਜੋੜ ਦਈਦਾ, ਇੱਦਾਂ ਪ੍ਰਭੂ ਪਰਮੇਸ਼ਰ ਨੇ, ਗੁਰੂ ਨੇ, ਜਿਹੜੇ ਰੱਬ ਤੋਂ ਟੁੱਟੇ ਹੋਏ ਜੀਵ ਸਨ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਉਹਨਾਂ ਦੇ ਸਾਰੇ ਕਾਰਜ ਜਿਹੜੇ ਸਨ ਉਹ ਸਿੱਧ ਹੋ ਗਏ। ਜਗ ਜੀਵਨ ਨਾਮ ਤੁਮਾਰਾ। ਸਤਿਗੁਰੂ ਜੀ ਕਹਿੰਦੇ, ਹੈ ਜਗਤ ਨੂੰ ਜੀਵਨ ਦੇਣ ਵਾਲੇ, ਜਿੰਨਾ ਜਗਤ ਹੈ ਇਸ ਦਾ ਜੀਵਨ ਜਿਹੜਾ ਉਹ ਪਰਮੇਸ਼ਰ ਦੇ ਹੱਥ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ, ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਆਪ ਜੀ ਦਾ ਜਿਹੜਾ ਨਾਮ ਹੈ, ਗੁਰ ਪੂਰੇ ਦੀਓ ਉਪਦੇਸਾ, ਜਪ ਭਉ ਜਲ ਪਾਰ ਉਤਾਰਾ। ਰਹਾਉ। ਸਤਿਗੁਰੂ ਜੀ ਕਹਿੰਦੇ, ਆਪ ਜੀ ਕੇ ਨਾਮ ਨੂੰ ਜਦੋਂ ਕੋਈ ਗੁਰੂ ਵਾਲਾ ਬਣ ਕੇ, ਗੁਰੂ ਤੋਂ ਉਪਦੇਸ਼ ਲੈ ਕੇ, ਪੂਰੇ ਗੁਰੂ ਦੀ ਸ਼ਰਨ 'ਚ ਆ ਕੇ ਜੋ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਉਹਦੀ ਕਮਾਈ ਕਰਦਾ ਹੈ, ਜਪ ਭਉ ਜਲ ਪਾਰ ਉਤਾਰਾ, ਉਹ ਫਿਰ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਉਹ ਇਹ ਸੰਸਾਰ ਦੀਆਂ ਘੁੰਮਣ ਘੇਰੀਆਂ 'ਚੋਂ, ਦੁੱਖ ਸੁੱਖ ਦੀਆਂ ਲਹਿਰਾਂ 'ਚੋਂ, ਕਾਮ ਕ੍ਰੋਧ ਦੇ ਜੀਵ ਜੰਤੂਆਂ 'ਚੋਂ, ਮੋਹ ਦੇ ਪਾਣੀ 'ਚੋਂ ਸੌਖਾ ਹੀ ਤਰ ਜਾਂਦਾ ਹੈ। ਤੂੰ ਹੈ ਮੰਤਰੀ ਸੁਣ ਹੈ ਪ੍ਰਭ ਤੂੰ ਹੈ, ਸਭ ਕਿਛ ਕਰਨੈ ਹਾਰਾ। ਸਤਿਗੁਰੂ ਜੀ ਕਹਿੰਦੇ, ਹੈ ਪ੍ਰਭੂ ਪਰਮੇਸ਼ਰ ਵਾਹਿਗੁਰੂ, ਤੂੰ ਹੀ ਆਪ ਹੀ ਮੰਤਰੀ ਰੂਪ ਹੈ। ਸਲਾਹਾਂ ਲੈਣ ਵਾਲਾ, ਸਲਾਹਾਂ ਕਰਨ ਵਾਲਾ ਵੀ ਤੂੰ ਆਪ ਹੀ ਹੈ, ਤੇ ਤੂੰ ਹੈ ਪ੍ਰਭੂ ਤੇ ਰਾਜਾ ਰੂਪ ਵੀ ਤੂੰ ਹੀ ਹੈ, ਸਭ ਕੁਝ ਕਰਨ ਵਾਲਾ ਹੈ। ਇੱਥੇ ਸਤਿਗੁਰੂ ਜੀ ਭਾਵ ਇਹ ਦ੍ਰਿਸ਼ਟਾ ਰਹੇ ਹਨ ਕਿ ਜਿਵੇਂ ਇੱਕ ਰਾਜਾ ਹੁੰਦਾ, ਉਹ ਰਾਜਾ ਆਪਣੇ ਮੰਤਰੀਆਂ ਦੀਆਂ ਸਲਾਹਾਂ ਦੇ ਨਾਲ ਸਾਰੇ ਕੰਮ ਕਾਜ ਕਰਦਾ ਹੈ, ਆਪਣੇ ਰਾਜ ਭਾਗ ਨੂੰ ਚਲਾਉਂਦਾ ਹੈ। ਸਤਿਗੁਰੂ ਜੀ ਕਹਿੰਦੇ, ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਆਪ ਹੀ ਰਾਜਾ ਹੈ ਤੇ ਆਪ ਹੀ ਮੰਤਰੀ ਹੈ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪਹਿ ਕਰੈ। ਉਹ ਪਰਮੇਸ਼ਰ ਵਾਹਿਗੁਰੂ ਨਾ ਤੇ ਕਿਸੇ ਨੂੰ ਪੁੱਛਦਾ ਹੈ ਕਿ ਸੰਸਾਰ ਨੂੰ ਕਿਵੇਂ ਬਣਾਉਣਾ, ਸੰਸਾਰ ਦੇ ਅੰਦਰ ਕੀ ਕਰਨਾ। ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਆਪਣੀ ਮੌਜ ਦੇ ਅੰਦਰ, ਆਪ ਹੀ ਉਹ ਸਲਾਹਾਂ ਕਰਨ ਵਾਲਾ, ਆਪ ਹੀ ਉਹ ਰਾਜਾ, ਤੇ ਆਪ ਹੀ ਉਹ ਸਾਰੇ ਜਗਤ ਪਸਾਰੇ ਨੂੰ ਬਣਾਉਣ ਵਾਲਾ, ਸਾਜਣ ਵਾਲਾ, ਸਭ ਕੁਝ ਆਪ ਹੀ ਹੈ। ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਇੱਕ ਹੈ, ਉਹਦੇ ਵਰਗਾ ਦੂਸਰਾ ਰੱਬ ਕੋਈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਹੈ ਪ੍ਰਭੂ ਪਰਮੇਸ਼ਰ, ਤੂੰ ਆਪ ਹੀ ਮੰਤਰੀ ਰੂਪ ਹੈ, ਆਪ ਹੀ ਤੂੰ ਰਾਜਾ ਰੂਪ ਹੈ, ਆਪ ਹੀ ਸਭ ਕੁਝ ਇਸ ਸੰਸਾਰ ਦੇ ਅੰਦਰ ਕਰਨ ਵਾਲਾ ਹੈ। ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹੋ ਜੰਤ ਵਿਚਾਰਾ। ਸਤਿਗੁਰੂ ਜੀ ਕਹਿੰਦੇ, ਪਰਮੇਸ਼ਰ ਵਾਹਿਗੁਰੂ ਆਪ ਹੀ ਤੂੰ ਇਹ ਬ੍ਰਹਮ ਗਿਆਨ ਦੇ ਦਾਤੇ ਨੂੰ ਦੇਣ ਵਾਲਾ ਗੁਰੂ ਰੂਪ ਹੈ, ਆਪ ਹੀ ਉਸ ਬ੍ਰਹਮ ਗਿਆਨ ਨੂੰ ਭੋਗਣ ਵਾਲਾ ਸਿੱਖ ਰੂਪ ਵੀ ਤੂੰ ਹੀ ਹੈ। ਜਿੰਨੇ ਗੁਣ ਹਨ ਉਹਨਾਂ ਨੂੰ ਦੇਣ ਵਾਲਾ ਗੁਰੂ ਰੂਪ ਹੋ ਕੇ ਉਹ ਵੀ ਤੂੰ ਹੀ ਹੈ, ਤੇ ਉਹਨਾਂ ਗੁਣਾਂ ਨੂੰ ਕਮਾ ਕੇ ਉਹਨਾਂ 'ਤੇ ਚੱਲਣ ਵਾਲਾ ਸਿੱਖ ਰੂਪ ਵੀ ਤੂੰ ਹੀ ਹੈ।
ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਦੀ ਸੱਤਾ ਜਿਹੜੀ ਹੈ, ਚੇਤਨ ਸੱਤਾ ਹੈ, ਉਹ ਤੇ ਸਭ ਦੇ ਵਿੱਚ ਹੀ ਸਮਾਨ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਦਾਤਾਂ ਨੂੰ ਦੇਣ ਵਾਲਾ, ਉਹਨਾਂ ਨੂੰ ਭੋਗਣ ਵਾਲਾ ਤੁਈਓ ਹੈ ਪਰਮੇਸ਼ਰ ਵਾਹਿਗੁਰੂ। ਕਿਆ ਇਹੋ ਜੰਤ ਵਿਚਾਰਾ, ਇਹ ਜਿਹੜਾ ਜੰਤ ਹੈ, ਜੀਵ ਹੈ ਤੁਛ ਮਾਤਰ, ਇਹਦੀ ਕੀ ਵਿਚਾਰ ਹੈ? ਇਹ ਕਿਸ ਚੀਜ਼ ਦੀ ਹੰਗਤਾ ਧਾਰਨ ਕਰਦਾ ਹੈ? ਸਭ ਕੁਝ ਤੇ ਪਰਮੇਸ਼ਰ ਵਾਹਿਗੁਰੂ ਤੇਰਾ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਜਿੰਨਾ ਚਿਰ ਅਸੀਂ ਤਨ ਦੀ, ਮਨ ਦੀ, ਧਨ ਦੀ ਹੰਗਤਾ ਨਹੀਂ ਛੱਡਦੇ, ਉਨਾ ਚਿਰ ਗੁਰੂ ਦਾ ਹੁਕਮ ਸਾਥੋਂ ਮੰਨਿਆ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਜੀਵ ਇਸ ਹੰਕਾਰ ਨੂੰ ਛੱਡ ਦਿੰਦਾ ਹੈ, ਆਪਣੇ ਮਨ ਦੇ ਅੰਦਰ ਨਿਮਰਤਾ ਧਾਰਨ ਕਰਦਾ ਹੈ, ਤੇ ਫਿਰ ਉਹ ਪ੍ਰਭੂ ਪਰਮੇਸ਼ਰ ਦੇ ਹੁਕਮ ਨੂੰ ਸਮਝਦਾ ਹੈ, ਉਹਦੀ ਕਮਾਈ ਕਰਦਾ ਹੈ, ਤਾਂ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਉਹ ਪਰਮੇਸ਼ਰ ਵਾਹਿਗੁਰੂ ਦੇ ਸਾਹਮਣੇ ਇਸ ਜੀਵ ਦੀ, ਜੰਤ ਦੀ ਕੀ ਵਿਚਾਰ ਹੈ। ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੇਰੇ ਜਿਹੜੇ ਗੁਣ ਹਨ, ਉਹਨਾਂ ਨੂੰ ਵਖਾਣਾਂ ਦੁਆਰਾ, ਅਖਾਣਾਂ ਦੁਆਰਾ ਆਪਣੇ ਮੁਖ ਤੋਂ ਕੀ ਕੋਈ ਕਹਿ ਕੇ ਬਿਆਨ ਕਰ ਸਕਦਾ? ਕੀਮਤ ਕਹਿਣ ਨਾ ਜਾਈ। ਪਰਮੇਸ਼ਰ ਵਾਹਿਗੁਰੂ ਤੇਰੇ ਗੁਣਾਂ ਦਾ, ਤੇਰੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਹੈ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣ ਨਾ ਜਾਏ। ਉਸ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ ਦੇ ਬਾਰੇ ਕੀ ਕੋਈ ਕਹਿ ਕੇ ਬਿਆਨ ਕਰ ਸਕਦਾ? ਦੱਸਿਆ ਹੀ ਨਹੀਂ ਜਾ ਸਕਦਾ। ਉਹਦੀਆਂ ਐਸੀਆਂ ਵਡਿਆਈਆਂ ਹਨ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜ੍ਹਾਵੈ, ਚੜ੍ਹੇ ਆਕਾਸ਼ ਗਿਰਾਵੈ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਉਹ ਪਰਮੇਸ਼ਰ ਦੀਆਂ ਇਹ ਵਡਿਆਈਆਂ ਹਨ। ਉਹਦੀ ਕਿਰਪਾ ਜਦੋਂ ਕਿਸੇ 'ਤੇ ਹੋ ਜਾਂਦੀ ਹੈ, ਧਰਤੀ 'ਤੇ ਰਹਿਣ ਵਾਲਿਆਂ ਨੂੰ ਆਕਾਸ਼ਾਂ 'ਚ ਉਡਾਰੀਆਂ ਲਵਾ ਦਿੰਦਾ। ਜਿਹੜੇ ਆਕਾਸ਼ਾਂ 'ਚ ਉੱਡੇ ਫਿਰਦੇ ਆ, ਇੱਕ ਛਿਣ ਦੇ ਵਿੱਚ ਧਰਤੀ 'ਤੇ ਲੈ ਆਉਂਦਾ। ਜਿਹੜੇ ਕੋਈ ਮੂਰਖ ਹਨ, ਉਹਨਾਂ ਨੂੰ ਇੱਕ ਛਿਣ ਦੇ ਵਿੱਚ ਹੀ ਪੰਡਤ ਵਿਦਵਾਨ ਬਣਾ ਦਿੰਦਾ। ਵੱਡੇ ਵੱਡੇ ਵਿਦਵਾਨਾਂ ਨੂੰ ਇੱਕ ਛਿਣ ਦੇ ਵਿੱਚ ਹੀ ਮੂਰਖ ਕਰ ਦਿੰਦਾ। ਇਹ ਉਹਦੀਆਂ ਵਡਿਆਈਆਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਤੇਰੇ ਗੁਣ, ਤੇਰੀਆਂ ਵਡਿਆਈਆਂ ਜਿਹੜੀਆਂ ਹਨ, ਉਹਨਾਂ ਦੀ ਕੀਮਤ ਜਿਹੜੀ ਹੈ ਉਹ ਕੋਈ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ। ਪੇਖ ਪੇਖ ਜੀਵੈ ਪ੍ਰਭ ਆਪਣਾ, ਅਚਰਜ ਤੁਮਹਿ ਵਡਾਈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੇਰੇ ਗੁਣਾਂ ਨੂੰ, ਤੇਰੀਆਂ ਵਡਿਆਈਆਂ ਨੂੰ ਵੇਖ ਵੇਖ ਕੇ ਅਸੀਂ ਜਿਹੜੇ ਜੀਵ ਹਾਂ, ਅਚਰਜ ਹੋ ਜਾਂਦੇ ਹਾਂ। ਜਦੋਂ ਉਹ ਪਰਮੇਸ਼ਰ ਦੇ ਗੁਣ ਵੇਖਦੇ ਹਾਂ, ਉਹਦੀਆਂ ਵਡਿਆਈਆਂ ਵੇਖਦੇ ਹਾਂ, ਉਹਦੇ ਕੌਤਕ ਵੇਖਦੇ ਹਾਂ, ਅਤੇ ਅਚਰਜ ਤੋਂ ਅਚਰਜ ਹੋ ਜਾਈਦਾ ਕਿ ਉਹ ਪਰਮੇਸ਼ਰ ਵਾਹਿਗੁਰੂ ਇੱਦਾਂ ਵੀ ਕਰ ਦਿੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਹ ਪ੍ਰਭੂ ਪਰਮੇਸ਼ਰ ਦੇ ਗੁਣ, ਉਹਦੀਆਂ ਵਡਿਆਈਆਂ ਵੇਖ ਵੇਖ ਕੇ ਅਤੇ ਇਹ ਜਿਹੜੇ ਜੀਵ ਹਨ ਉਹ ਸਾਰੇ ਅਚਰਜ ਹੋ ਜਾਂਦੇ ਹਨ। ਧਾਰ ਅਨੁਗ੍ਰਹੋ ਆਪ ਪ੍ਰਭ ਸੁਆਮੀ, ਪਤ ਮਤ ਕੀਨੀ ਪੂਰੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਉੱਤੇ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਅਨੁਗ੍ਰਹ ਕਹੀਏ ਕਿਰਪਾ ਨੂੰ ਕੀਤਾ ਹੈ, ਜਿਨ੍ਹਾਂ ਦੇ ਉੱਤੇ ਪ੍ਰਭੂ ਨੇ ਕਿਰਪਾ ਕੀਤੀ ਹੈ, ਸੁਆਮੀ ਮਾਲਕ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਪਤ ਮਤ ਕੀਨੀ ਪੂਰੀ। ਉਹਨਾਂ ਦੀ ਪਤ ਜਿਹੜੀ ਇੱਜ਼ਤ ਹੈ ਅਤੇ ਮਤ ਜਿਹੜੀ ਅਕਲ ਹੈ ਉਹ ਵੀ ਪੂਰੀ ਕਰ ਦਿੱਤੀ। ਪੂਰੀ ਅਕਲ, ਪੂਰੀ ਮਤ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ, ਪੂਰੀ ਸਮਝ ਦੇ ਦਿੱਤੀ, ਅਤੇ ਪੂਰਨ ਰੂਪ ਦੇ ਅੰਦਰ ਉਹਨਾਂ ਦੀ ਜਿਹੜੀ ਇੱਜ਼ਤ ਹੈ ਲੋਕ ਪਰਲੋਕ ਦੇ ਅੰਦਰ, ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਰੱਖੀ ਹੈ। ਸਦਾ ਸਦਾ ਨਾਨਕ ਬਲਿਹਾਰੀ, ਬਾਛੋ ਸੰਤਾਂ ਧੂਰੀ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਤੋਂ ਸਦਾ ਸਦਾ, ਹਮੇਸ਼ਾ ਹਮੇਸ਼ਾ ਹੀ ਬਲਿਹਾਰ ਜਾਂਦੇ ਹੈ। ਬਾਛੋ ਸੰਤਾਂ ਧੂਰੀ, ਜਿਹੜੇ ਉਸ ਪਰਮੇਸ਼ਰ ਦੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਹੈ, ਉਹਨਾਂ ਰੱਬ ਦੇ ਪਿਆਰਿਆਂ ਸੰਤਾਂ ਭਗਤਾਂ ਦੀ ਜਿਹੜੀ ਚਰਨ ਧੂੜੀ ਹੈ ਉਹਨੂੰ ਅਸੀਂ ਚਾਹੁੰਦੇ ਹਾਂ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਰੱਬ ਦੇ ਪਿਆਰਿਆਂ ਦੀ ਜਿਹੜੀ ਚਰਨ ਧੂੜੀ ਹੈ,
ਚਰਨ ਧੂੜੀ ਤੋਂ ਸੰਪਰਦਾਵਾਂ ਦੇ ਅੰਦਰ ਅਰਥ ਕੀਤਾ ਜਾਂਦਾ ਹੈ ਕਿ ਜਿਵੇਂ ਧੂੜ ਜਿਹੜੀ ਹੈ ਨਾ, ਉਹ ਸਭ ਤੋਂ ਹੇਠਾਂ ਰਹਿੰਦੀ ਹੈ, ਸਭ ਤੋਂ ਨੀਵੀਂ ਰਹਿੰਦੀ ਹੈ। ਧੂੜ ਜਿਹੜੀ ਉਹ ਸਾਡੇ ਪੈਰਾਂ ਤੋਂ ਵੀ ਹੇਠਾਂ ਹੈ। ਹੇਠਾਂ ਤੋਂ ਭਾਵ, ਨੀਵੇਂ ਤੋਂ ਭਾਵ ਹੈ ਨਿਮਰਤਾ ਦਾ। ਜਿਹੜੀ ਸਾਧੂ ਸੰਤਾਂ ਭਗਤਾਂ ਦੇ ਅੰਦਰ ਨਿਮਰਤਾ ਹੈ, ਨੀਵਾਂਪੁਣਾ ਹੈ, ਉਹ ਸਾਨੂੰ ਪ੍ਰਾਪਤ ਹੋ ਜਾਵੇ, ਉਹ ਨਿਮਰਤਾ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਵੇ, ਇਹ ਅਸੀਂ ਆਪ ਜੀ ਦੇ ਪਾਸੋਂ ਇੱਛਾ ਕਰਦੇ ਹਾਂ। ਸੋਰਠ ਮਹੱਲਾ ਪੰਜਵਾ। ਗੁਰ ਪੂਰਾ ਨਮਸਕਾਰੇ, ਪ੍ਰਭ ਸਭੇ ਕਾਜ ਸਵਾਰੇ। ਸਤਿਗੁਰੂ ਜੀ ਅਗਲੇ ਸ਼ਬਦ ਦੇ ਅੰਦਰ ਬਚਨ ਕਰਦੇ ਹਨ ਕਿ ਜਿਹੜਾ ਪੂਰਾ ਗੁਰੂ ਹੈ ਉਸ ਦੇ ਤਾਈਂ ਸਾਡੀ ਨਮਸਕਾਰ ਹੈ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ, ਨਮਸਕਾਰ ਕਰਨੀ ਹੈ, ਮੱਥਾ ਟੇਕਣਾ ਹੈ ਤੇ ਕੇਵਲ ਪਰਮੇਸ਼ਰ ਨੂੰ ਤੇ ਗੁਰੂ ਨੂੰ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਇਸ ਕਰਕੇ ਸਤਿਗੁਰਾਂ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਇਹ ਮਰਿਆਦਾ ਕਾਇਮ ਕੀਤੀ ਕਿ ਗੁਰੂ ਦੇ ਅੱਗੇ ਨਤਮਸਤਕ ਹੋਣਾ, ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਦੇ ਅੱਗੇ ਨਤਮਸਤਕ ਹੋਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਪੂਰਾ ਨਮਸਕਾਰੇ। ਅਸੀਂ ਆਪਣੇ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਤਾਈਂ ਨਮਸਕਾਰ ਕਰਦੇ ਹਾਂ। ਪ੍ਰਭ ਸਭੇ ਕਾਜ ਸਵਾਰੇ। ਜਿਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਸਾਡੇ ਸਾਰੇ ਜਿਹੜੇ ਕਾਰਜ ਹਨ ਉਹ ਸਵਾਰ ਦਿੱਤੇ ਹਨ। ਹਰ ਆਪਣੀ ਕਿਰਪਾ ਧਾਰੀ, ਪ੍ਰਭ ਪੂਰਨ ਪੈਜ ਸਵਾਰੀ। ਹਰੀ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਕਿਰਪਾ ਜਿਹੜੀ ਉਹ ਜਦੋਂ ਕੀਤੀ ਤੇ ਪ੍ਰਭੂ ਪਰਮੇਸ਼ਰ ਨੇ ਪੂਰਨ ਜਿਹੜੀ ਪੈਜ ਹੈ, ਇੱਜ਼ਤ ਆਬਰੂ ਜਿਹੜੀ ਹੈ ਉਹ ਸਵਾਰ ਦਿੱਤੀ। ਲੋਕ ਪਰਲੋਕ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੇ ਪਰਦੇ ਕੱਜ ਲਏ। ਜਿਵੇਂ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਜਿਵੇਂ ਕਿਸੇ ਦੀ ਇੱਜ਼ਤ ਆਬਰੂ ਨੂੰ ਢੱਕਣ ਵਾਸਤੇ ਪਰਦਾ ਹੁੰਦਾ, ਕੱਪੜਾ ਹੁੰਦਾ, ਇਸੇ ਪ੍ਰਕਾਰ ਹੀ ਉਹ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਪ੍ਰੇਮ ਦਾ ਪਰਦਾ ਬਖਸ਼ ਕੇ, ਪ੍ਰੇਮ ਦਾ ਲੀੜਾ ਦੇ ਕੇ ਤੇ ਲੋਕ ਤੇ ਪਰਲੋਕ ਦੇ ਅੰਦਰ ਸਾਡੀ ਪੈਜ ਇੱਜ਼ਤ ਜਿਹੜੀ ਹੈ ਉਹ ਸਵਾਰ ਦਿੱਤੀ ਹੈ। ਆਪਣੇ ਦਾਸ ਕੋ ਭਇਓ ਸਹਾਈ, ਸਗਲ ਮਨੋਰਥ ਕੀਨੇ ਕਰਤੈ, ਊਣੀ ਬਾਤ ਨਾ ਕਾਈ। ਸਤਿਗੁਰੂ ਜੀ ਬਚਨ ਕਰਦੇ ਹਨ, ਆਪਣੇ ਦਾਸਾਂ ਦਾ ਉਹ ਪਰਮੇਸ਼ਰ ਵਾਹਿਗੁਰੂ ਆਪ ਸਹਾਈ ਹੁੰਦਾ। ਜਿੱਥੇ ਜਿੱਥੇ ਵੀ ਉਹਦੇ ਭਗਤ ਉਹਨੂੰ ਯਾਦ ਕਰਦੇ ਹੈ, ਵਿਪਤਾ ਦੇ ਸਮੇਂ, ਦੁੱਖ ਦੇ ਸਮੇਂ, ਉਹ ਪਰਮੇਸ਼ਰ ਵਾਹਿਗੁਰੂ ਉੱਥੇ ਹੀ ਉਹਨਾਂ ਦੀ ਰੱਖਿਆ ਕਰਦਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਜਦੋਂ ਆਪਾਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ, ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਭਗਤ ਨਾਮਦੇਵ ਜੀ ਨੂੰ ਸਮੇਂ ਦੇ ਰਾਜੇ ਨੇ ਆਖਿਆ ਕਿ ਤੂੰ ਇਹ ਗਊ ਜਿਹੜੀ ਹੈ ਇਹਨੂੰ ਜਿਉਂਦੀ ਕਰ ਦੇ, ਨਹੀਂ ਤੇ ਤੂੰ ਮੁਸਲਮਾਨ ਬਣ ਜਾ। ਜਦੋਂ ਇੰਨਾ ਕੁਝ ਕਿਹਾ ਗਿਆ ਤਾਂ ਉਸ ਸਮੇਂ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਅਰਾਧਿਆ, ਪਰਮੇਸ਼ਰ ਦੀ ਅਰਾਧਨਾ ਕੀਤੀ ਤੇ ਉਸ ਸਮੇਂ ਪਰਮੇਸ਼ਰ ਵਾਹਿਗੁਰੂ ਨੇ ਭਗਤ ਨਾਮਦੇਵ ਜੀ ਦੀ ਰੱਖਿਆ ਕੀਤੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਉਹਦੇ ਅੰਦਰ ਵੀ ਭਗਤ ਕਬੀਰ ਸਾਹਿਬ ਜੀ ਦੇ ਨਾਲ ਵੀ ਸਮੇਂ ਦੀ ਹਕੂਮਤ ਨੇ ਵਿਰੋਧਤਾ ਕੀਤੀ ਤੇ ਭਗਤ ਕਬੀਰ ਸਾਹਿਬ ਜੀ ਦੀ ਰੱਖਿਆ ਹੋਈ ਉਹ ਵੀ ਪਰਮੇਸ਼ਰ ਨੇ ਕੀਤੀ। ਇਸੇ ਪ੍ਰਕਾਰ ਭਗਤ ਧਰੂ ਦਾ, ਭਗਤ ਪ੍ਰਹਿਲਾਦ ਦਾ ਜ਼ਿਕਰ ਆਉਂਦਾ, ਉਹਨਾਂ ਨੂੰ ਕਿੰਨੇ ਦੁੱਖ ਦਿੱਤੇ ਗਏ ਪਰ ਉਹਨਾਂ ਦੀ ਵੀ ਰੱਖਿਆ ਪਰਮੇਸ਼ਰ ਨੇ ਕੀਤੀ। ਇਸੇ ਪ੍ਰਕਾਰ ਜਿਹੜੇ ਉਹ ਪਰਮੇਸ਼ਰ ਵਾਹਿਗੁਰੂ ਦੇ ਦਾਸ ਹਨ, ਭਗਤ ਹਨ, ਉਹਨਾਂ ਦੀ ਸਹਾਇਤਾ ਕਰਨ ਵਾਸਤੇ ਉਹ ਪਰਮੇਸ਼ਰ ਵਾਹਿਗੁਰੂ ਆਪ ਸਹਾਈ ਹੁੰਦਾ। ਸਗਲ ਮਨੋਰਥ ਕੀਨੇ ਕਰਤਾ ਹੈ। ਜਿੰਨੇ ਮਨੋਰਥ ਸਨ, ਮਨ ਦੀਆਂ ਇੱਛਾ ਸਨ, ਉਹ ਸਾਰੀਆਂ ਪਰਮੇਸ਼ਰ ਵਾਹਿਗੁਰੂ ਨੇ ਪੂਰਨ ਕਰ ਦਿੱਤੀਆਂ। ਊਣੀ ਬਾਤ ਨਾ ਕਾਈ, ਕਿਸੇ ਗੱਲੋਂ ਵੀ ਜਿਹੜੀ ਊਣਤਾਈ ਉਹ ਰਹਿਣ ਨਹੀਂ ਦਿੱਤੀ। ਸਭ ਤਰ੍ਹਾਂ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਨੇ ਪੂਰਨ ਕਰ ਦਿੱਤੇ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਪੂਰਾ ਪ੍ਰਭ ਆਰਾਧਿਆ, ਪੂਰੇ ਕੇ ਗੁਣ ਗਾਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਿਹੜੇ ਪੂਰੇ ਗੁਰੂ ਦਾ ਆਰਾਧਨ ਕਰਦੇ ਹੈ, ਪੂਰੇ ਗੁਰੂ ਦੇ ਲੜ ਲੱਗਦੇ ਹੈ,
ਫਿਰ ਗੁਰੂ ਉਹਨਾਂ ਦੇ ਜੀਵਨ ਦੇ ਅੰਦਰ ਕੋਈ ਵੀ ਘਾਟ, ਕੋਈ ਵੀ ਊਣਤਾਈ ਰਹਿਣ ਨਹੀਂ ਦਿੰਦਾ, ਸਭ ਪੂਰੀਆਂ ਕਰ ਦਿੰਦਾ ਹੈ। ਰਹਾਉ ਕਰਤੈ ਪੁਰਖ ਤਾਲ ਦਿਵਾਇਆ, ਪਿੱਛੇ ਲੱਗ ਚੱਲੀ ਮਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ। ਇਹ ਪਾਵਨ ਪੰਕਤੀਆਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਬਾਹਰੀ ਰੂਪ ਦੇ ਅੰਦਰ ਉਚਾਰਨ ਕੀਤੀਆਂ ਹਨ। ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਜਿੱਥੇ ਬਾਹਰੀ ਰੂਪ ਦੇ ਅੰਦਰ ਅਰਥ ਹਨ, ਉੱਥੇ ਅੰਤਰੀਵ ਰੂਪ ਦੇ ਅੰਦਰ ਅਧਿਆਤਮਕ ਪੱਖ ਦੇ ਵੀ ਅਰਥ ਹਨ। ਪਰ ਕਿਸੇ ਨਾ ਕਿਸੇ ਪ੍ਰਯੋਜਨ ਨੂੰ ਲੈ ਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਤਾਲ ਹੈ, ਪਾਵਨ ਅੰਮ੍ਰਿਤ ਸਰੋਵਰ ਹੈ, ਇਹ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਦਿਵਾਇਆ ਤੋਂ ਭਾਵ ਕਹੀਏ ਲਵਾਇਆ ਹੈ। ਇਸ ਧਰਤੀ ਦੇ ਉੱਤੇ ਮਹਾਨ ਸਭ ਤੋਂ ਸਰਵੋਤਮ ਰਾਜ ਤੀਰਥ ਜਿਹੜਾ ਉਹ ਪਾਵਨ ਹਰਿਮੰਦਰ ਸਾਹਿਬ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਲਵਾਇਆ ਹੈ। ਪਿੱਛੇ ਲੱਗ ਚੱਲੀ ਮਾਇਆ। ਅਤੇ ਜਦੋਂ ਇਹ ਕਾਰਜ ਆਰੰਭ ਕੀਤਾ ਤਾਂ ਉਸ ਸਮੇਂ ਸਤਿਗੁਰੂ ਜੀ ਦੇ ਇਤਿਹਾਸ ਦੇ ਅੰਦਰ ਇਹ ਘਟਨਾ ਆਉਂਦੀ ਹੈ ਕਿ ਮਾਇਆ ਜਿਹੜੀ ਸੀ ਇਹਦਾ ਪਹਿਰਾ ਉਸ ਸਮੇਂ ਥੋੜ੍ਹਾ ਢਿੱਲਾ ਹੋਇਆ। ਸਿੱਖ ਸੰਗਤਾਂ ਜਿਹੜੀਆਂ ਸਨ ਉਹ ਇੰਨੀ ਮਾਇਆ ਜਿਹੜੀ ਸੀ ਉਹ ਦੇ ਨਹੀਂ ਸੀ ਸਕਦੇ। ਤਾਂ ਉਸ ਸਮੇਂ ਸਕੇਤ ਮੰਡੀ ਦਾ ਜਿਹੜਾ ਰਾਜਾ ਸੀ ਹਰੀ ਸੈਨ, ਇਹ ਉਸ ਸਮੇਂ ਸਭ ਤੋਂ ਪਹਿਲਾਂ ਇਸ ਨੇ ਲੱਖ ਰੁਪਈਆ ਪਾਵਨ ਹਰਿਮੰਦਰ ਸਾਹਿਬ ਦੀ ਉਸਾਰੀ ਵਾਸਤੇ ਭੇਟਾ ਕੀਤਾ। ਤਾਂ ਉਸ ਸਮੇਂ ਸਤਿਗੁਰਾਂ ਨੇ ਬਚਨ ਕੀਤੇ ਕਿ ਪਿੱਛੇ ਲਾਗ ਚੱਲੀ ਮਾਇਆ। ਇਹ ਜਿਹੜੀ ਮਾਇਆ ਹੈ ਇਹ ਪਿੱਛੇ ਲੱਗ ਚੱਲੀ ਹੈ ਹੁਣ ਆਪਣੇ ਸੰਤਾਂ ਭਗਤਾਂ ਦੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਵਾਹਿਗੁਰੂ ਨੇ ਜਿਹੜਾ ਸਾਧ ਸੰਗਤ ਰੂਪੀ ਸਰੋਵਰ ਬਖਸ਼ਿਸ਼ ਕੀਤਾ ਹੈ, ਇਸ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਮਾਇਆ ਹੈ ਉਹ ਪਿੱਛੇ ਲੱਗੀ ਰਹਿੰਦੀ ਹੈ। ਜਿੱਧਰ ਨੂੰ ਸੰਗਤ ਦਾ ਮੁੱਖ ਹੋ ਜਾਏ, ਜਿਸ ਕਾਰਜ ਨੂੰ ਸੰਗਤ ਹੱਥ ਪਾ ਲਵੇ, ਉਹ ਕਾਰਜ ਫਿਰ ਜਿਹੜਾ ਉਹ ਕਿਸੇ ਰੂਪ ਦੇ ਅੰਦਰ ਵੀ ਉਹ ਪਿੱਛੇ ਨਹੀਂ ਹਟਦਾ, ਉਹ ਪੂਰਾ ਹੋ ਜਾਂਦਾ। ਕਿਉਂਕਿ ਸੰਗਤ ਦੀ ਬਰਕਤ ਐਸੀ ਹੈ, ਸੰਗਤ ਦੀ ਕਿਰਪਾ ਐਸੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਰੂਪੀ ਜਿਹੜਾ ਸਰੋਵਰ ਹੈ ਇਹ ਪਰਮੇਸ਼ਰ ਨੇ ਆਪ ਗੁਰੂ ਨੇ ਬਖਸ਼ਿਸ਼ ਕੀਤਾ ਹੈ। ਜਿੱਧਰ ਨੂੰ ਸਾਧ ਸੰਗਤ ਦੀ ਕਿਰਪਾ ਹੋ ਜਾਂਦੀ ਹੈ, ਪਿੱਛੇ ਲਾਗ ਚੱਲੀ ਮਾਇਆ। ਮਾਇਆ ਜਿਹੜੀ ਉਹ ਪਿੱਛੇ ਲੱਗ ਤੁਰਦੀ ਹੈ। ਦਿੱਲੀ ਦੀ ਧਰਤੀ 'ਤੇ ਆਪਾਂ ਹੁਣ ਵੇਖ ਰਹੇ ਹਾਂ ਮੋਰਚਾ ਚੱਲ ਰਿਹਾ, ਅਤੇ ਉੱਥੇ ਵੀ ਪਰਮੇਸ਼ਰ ਦੇ ਨਾਮ ਦੀ ਬਰਕਤ ਹੈ। ਗੁਰੂ ਕੀ ਪਾਵਨ ਬਾਣੀ ਦਾ ਜਸ ਸ਼ਾਮ ਸਵੇਰੇ ਹੁੰਦਾ ਹੈ। ਅਤੇ ਕਿਵੇਂ ਸੰਗਤਾਂ ਜਿਹੜੀਆਂ ਕਿਸੇ ਰੂਪ ਦੇ ਅੰਦਰ ਸੇਵਾਵਾਂ ਕਰ ਰਹੀਆਂ ਹਨ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਕੋਈ ਘਾਟ ਰਹਿਣ ਹੀ ਨਹੀਂ ਦਿੱਤੀ। ਇਹ ਸਭ ਕਿਰਪਾ, ਸਭ ਵਡਿਆਈਆਂ ਉਸ ਗੁਰੂ ਦੀਆਂ ਹਨ, ਗੁਰੂ ਦੀਆਂ ਰਹਿਮਤਾਂ ਬਖਸ਼ਿਸ਼ਾਂ ਹਨ, ਜਿਹੜੇ ਉਸ ਗੁਰੂ ਦੇ ਲੜ ਲੱਗੇ ਹੈ। ਅਤੇ ਸਾਧ ਸੰਗਤ ਨੇ ਉਹ ਸਾਰੀਆਂ ਘਾਟਾਂ ਜਿਹੜੀਆਂ ਉਹ ਪੂਰਨ ਕਰ ਦਿੱਤੀਆਂ। ਟੋਟ ਨਾ ਕਤਹੂ ਆਵੈ, ਮੇਰੇ ਪੂਰੇ ਸਤਿਗੁਰ ਭਾਵੈ। ਸਤਿਗੁਰੂ ਜੀ ਕਹਿੰਦੇ ਕਿਸੇ ਤਰੀਕੇ ਦੇ ਨਾਲ ਵੀ ਕੋਈ ਵੀ ਟੋਟ ਜਿਹੜੀ ਘਾਟਾ ਹੈ ਉਹ ਆਉਂਦਾ ਨਹੀਂ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਟੋਟ ਨਾ ਆਵੈ ਵੱਧਦੋ ਜਾਈ, ਖਾਵਹੁ ਖਰਚਹੁ ਰਲ ਮਿਲ ਭਾਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿਸੇ ਪ੍ਰਕਾਰ ਵੀ ਟੋਟ ਜਿਹੜੀ ਹੈ ਉਹ ਨਹੀਂ ਆਉਂਦੀ। ਮੇਰੇ ਪੂਰੇ ਸਤਿਗੁਰ ਭਾਵੈ। ਜਦੋਂ ਕੋਈ ਪੂਰੇ ਸਤਿਗੁਰਾਂ ਨੂੰ ਭਾ ਜਾਂਦਾ ਹੈ, ਉਹਨੂੰ ਚੰਗਾ ਲੱਗਣ ਲੱਗ ਜਾਂਦਾ, ਉਹਦੇ ਜੀਵਨ ਦੇ ਅੰਦਰ ਕੋਈ ਵੀ ਘਾਟ ਜਿਹੜੀ ਸ਼ੁਭ ਗੁਣਾਂ ਦੀ, ਭੋਗ ਮੋਖ ਦੀਆਂ ਦਾਤਾਂ ਦੀ, ਸਭ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਹਨ। ਸਿਮਰ ਸਿਮਰ ਦਇਆਲਾ, ਸਭ ਜੀ ਭਏ ਕਿਰਪਾਲਾ। ਸਤਿਗੁਰੂ ਜੀ ਕਹਿੰਦੇ ਸਿਮਰਨ ਕਰ ਕਰਕੇ ਦਇਆਲਾ ਜਿਹੜਾ ਦਇਆ ਦਾ ਘਰ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਮ ਦਾ ਸਿਮਰਨ ਕਰਕੇ ਸਭ ਜੀ ਭਏ ਕਿਰਪਾਲਾ। ਸਾਰੇ ਜਿਹੜੇ ਜੀਵ ਹਨ ਉਹਨਾਂ ਦੇ ਉੱਤੇ ਉਹ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ। ਜਦੋਂ ਕੋਈ ਪਰਮੇਸ਼ਰ ਦੀ ਕਿਰਪਾ ਲੈਣੀ ਚਾਹੁੰਦਾ, ਗੁਰੂ ਦੀ ਕਿਰਪਾ ਲੈਣੀ ਚਾਹੁੰਦਾ, ਅਤੇ ਉਹ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦਾ ਨਾਮ ਦੀ ਕਮਾਈ 'ਤੇ। ਉਹ ਸਾਡੇ ਕਿਸੇ ਹੋਰ ਸੰਸਾਰੀ ਗੁਣਾਂ 'ਤੇ ਪ੍ਰਸੰਨ ਨਹੀਂ ਹੁੰਦਾ, ਸਾਡੀ ਮਾਇਆ 'ਤੇ ਪ੍ਰਸੰਨ ਨਹੀਂ ਹੁੰਦਾ।
ਉਹ ਪ੍ਰਸੰਨ ਹੁੰਦਾ ਹੈ ਤੇ ਸਾਡੀ ਭਗਤੀ ਤੇ। ਗੋਬਿੰਦ ਭਾਉ ਭਗਤ ਦਾ ਭੁੱਖਾ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਹਨ, ਉਹ ਪਰਮੇਸ਼ਰ ਵਾਹਿਗੁਰੂ ਪ੍ਰੇਮਾ ਭਗਤੀ ਦਾ ਭੁੱਖਾ ਹੈ, ਨਾਮ ਦੀ ਕਮਾਈ ਦਾ ਭੁੱਖਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਦੀ ਸਿਮਰਨ ਕੀਤਾ ਉਹਨਾਂ ਦੇ ਉੱਤੇ ਉਹ ਪਰਮੇਸ਼ਰ ਵਾਹਿਗੁਰੂ ਕਿਰਪਾਲੂ ਹੋ ਗਿਆ। ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸਭ ਥਾਵਾਂ 'ਤੇ ਜੈ ਜੈਕਾਰ ਹੋ ਗਈ। ਗੁਸਾਈ ਜਿਹੜਾ ਇਸ ਧਰਤੀ ਦਾ ਸਾਈਂ ਹੈ, ਮਾਲਕ ਹੈ ਪਰਮੇਸ਼ਰ ਵਾਹਿਗੁਰੂ, ਉਹਨੇ ਸਭ ਥਾਵਾਂ 'ਤੇ ਉਹਨਾਂ ਦੀ ਜੈ ਜੈਕਾਰ ਕਰ ਦਿੱਤੀ। ਜਿਨ ਪੂਰੀ ਬਣਤ ਬਣਾਈ, ਜਿੰਨੀ ਇਹ ਬਨਾਵਟ ਸੀ ਉਹ ਸਾਰੀ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਪੂਰਨ ਕਰਕੇ ਬਣਾ ਦਿੱਤੀ। ਤੂੰ ਭਾਰੋ ਸੁਆਮੀ ਮੋਰਾ, ਇਹੋ ਪੁੰਨ ਪਦਾਰਥ ਤੇਰਾ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਸਾਡੇ ਸੁਆਮੀ ਮਾਲਕ, ਤੂੰ ਭਾਰੋ ਕਹੀਏ ਵੱਡਾ ਹੈ, ਤੂੰ ਸਾਡਾ ਆਸਰਾ ਰੂਪ ਹੈ। ਤੇਰੇ ਆਸਰੇ ਤੋਂ ਬਿਨਾਂ ਇਸ ਸੰਸਾਰ ਦੇ ਅੰਦਰ ਕੋਈ ਵੀ ਜੀਵ ਜਿਹੜਾ ਉਹ ਸੁਰੱਖਿਅਤ ਨਹੀਂ ਹੈ। ਸਭ ਨੂੰ ਆਸਰਾ ਉਹ ਪਰਮੇਸ਼ਰ ਦਾ ਹੈ। ਸਾਡੇ ਸਵਾਸ ਚੱਲਦੇ ਹੈ, ਸਾਡੇ ਪ੍ਰਾਣ ਚੱਲਦੇ ਹੈ, ਇਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਉਹਦੀ ਸੱਤਾ ਹੈ, ਉਹਦੀ ਜ਼ੋਰ ਹੈ ਤੇ ਸਵਾਸ ਚੱਲਦੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੇ ਪਰਮੇਸ਼ਰ ਵਾਹਿਗੁਰੂ, ਤੂੰ ਸਾਡਾ ਆਸਰਾ ਰੂਪ ਹੈ। ਤੇ ਮੋਰਾ ਤੋਂ ਅਰਥ ਭਾਵ ਹੁੰਦਾ ਸ਼੍ਰੋਮਣੀ, ਸਭ ਤੋਂ ਸ਼੍ਰੋਮਣੀ ਪਰਮੇਸ਼ਰ ਵਾਹਿਗੁਰੂ ਤੂੰ ਸਾਡਾ ਹੈ। ਇਹ ਪੁੰਨ ਪਦਾਰਥ ਤੇਰਾ, ਇਹ ਜਿੰਨਾ ਪੁੰਨ ਰੂਪ ਜਿਹੜਾ ਪਦਾਰਥ ਹੈ ਇਹ ਸਭ ਪਰਮੇਸ਼ਰ ਵਾਹਿਗੁਰੂ ਤੇਰਾ ਹੀ ਹੈ। ਅਸੀਂ ਜੀਵ ਕੀ ਤੇਰੇ ਦਿੱਤੇ ਹੋਏ ਦੇ ਵਿੱਚੋਂ ਕੀ ਪੁੰਨ ਕਰ ਸਕਦੇ ਹਾਂ? ਇਹ ਸਭ ਕੁਝ ਤੇਰਾ ਹੀ ਦਿੱਤਾ ਹੈ ਜਿਹੜਾ ਅੱਗੇ ਵਰਤ ਰਿਹਾ ਹੈ। ਸਭ ਕੁਝ ਪਰਮੇਸ਼ਰ ਵਾਹਿਗੁਰੂ ਪੁੰਨ ਰੂਪ ਜਿਹੜਾ ਪਦਾਰਥ ਹੈ ਇਹ ਵੀ ਤੇਰਾ ਹੀ ਹੈ। ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੇ ਇੱਕ ਨੂੰ ਧਿਆਇਆ ਹੈ, ਇੱਕ ਪਰਮੇਸ਼ਰ ਦੀ ਅਰਾਧਨਾ ਕੀਤੀ ਹੈ, ਇੱਕ ਗੁਰੂ ਪੀਰ ਦੇ ਜਿਹੜੇ ਬਣੇ ਹਨ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਸਰਬ ਫਲਾ ਪੁੰਨ ਪਾਇਆ। ਸਭ ਤਰ੍ਹਾਂ ਦੇ ਜਿਹੜੇ ਪੁੰਨ ਰੂਪ ਫਲ ਹਨ ਉਹ ਪ੍ਰਾਪਤ ਹੋ ਗਏ। ਕਿਉਂਕਿ ਜਦੋਂ ਅਸੀਂ ਇੱਕ ਦੇ ਨਾਲ ਜੁੜ ਜਾਂਦੇ ਹਾਂ ਤੇ ਇੱਕ ਕੀ ਹੈ? ਪਰਮੇਸ਼ਰ ਵਾਹਿਗੁਰੂ। ਸਤਿਗੁਰਾਂ ਦੀ ਪਾਵਨ ਬਾਣੀ ਆਰੰਭ ਹੀ ਇੱਕ ਤੋਂ ਹੁੰਦੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਜੀਵਨ ਦੇ ਅੰਦਰ, ਸਿੱਖ ਦੇ ਜੀਵਨ ਦੇ ਅੰਦਰ ਇਹ ਧਾਰਨਾ ਹੋਣੀ ਚਾਹੀਦੀ ਹੈ ਕਿ ਮੈਂ ਇੱਕ ਨੂੰ ਮੰਨਣਾ ਹੈ, ਇੱਕ ਦੀ ਪੂਜਾ ਕਰਨੀ ਹੈ, ਇੱਕ ਅਕਾਲ ਪੁਰਖ ਦੇ ਲੜ ਲੱਗਣਾ ਹੈ। ਜਦੋਂ ਇਹ ਧਾਰਨਾ ਮਨ ਦੇ ਅੰਦਰ ਆਏਗੀ ਤੇ ਫਿਰ ਉਹ ਪਰਮੇਸ਼ਰ ਦੀ ਭਗਤੀ ਕਰਨੀ ਵੀ ਸੌਖੀ ਹੈ, ਫਿਰ ਭਟਕਣਾ ਮੁੱਕ ਜਾਂਦੀ ਹੈ। ਇਹਦੇ 'ਤੇ ਵਿਸ਼ਵਾਸ ਲਿਆਉਣਾ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੀ ਅਰਾਧਨਾ ਕੀਤੀ ਹੈ ਉਹਨਾਂ ਨੂੰ ਸਾਰੇ ਜਿਹੜੇ ਪੁੰਨ ਰੂਪ ਫਲ ਹਨ ਉਹ ਪ੍ਰਾਪਤ ਹੋ ਗਏ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇਹਨਾਂ ਨੂੰ ਆਪਾਂ ਪੜ੍ਹਿਆ, ਸੁਣਿਆ, ਵਿਚਾਰਿਆ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸ ਜਾਣ, ਜਿਸ ਕਰਕੇ ਆਪਾਂ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਯਤਨ ਕਰੀਏ ਜੀ। ਤੂੰ ਭਾਰੋ ਸੁਆਮੀ ਮੋਰਾ, ਇਹੋ ਪੁੰਨ ਪਦਾਰਥ ਤੇਰਾ। ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ।
ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨਹਾਰ। ਤੂੰ ਠਾਕੁਰ